प्यारे देशवासियों, नमस्कार। ਅੱਜ 27 ਦਸੰਬਰ ਹੈ। 4 ਦਿਨਾਂ ਬਾਅਦ ਹੀ 2021 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅੱਜ ਦੀ ਮਨ ਕੀ ਬਾਤ 2020 ਦੀ ਇੱਕ ਤਰ੍ਹਾਂ ਨਾਲ ਆਖਰੀ ਮਨ ਕੀ ਬਾਤ ਹੈ। ਅਗਲੀ ਮਨ ਕੀ ਬਾਤ 2021 ਵਿੱਚ ਸ਼ੁਰੂ ਹੋਏਗੀ। ਸਾਥੀਓ, ਮੇਰੇ ਸਾਹਮਣੇ ਤੁਹਾਡੀਆਂ ਲਿਖੀਆਂ ਢੇਰ ਸਾਰੀਆਂ ਚਿੱਠੀਆਂ ਨੇ। ਮਾਈਗੋਵ 'ਤੇ ਤੁਸੀਂ ਜੋ ਸੁਝਾਅ ਭੇਜਦੇ ਹੋ ਉਹ ਵੀ ਮੇਰੇ ਸਾਹਮਣੇ ਨੇ। ਕਿੰਨੇ ਹੀ ਲੋਕਾਂ ਨੇ ਫ਼ੋਨ ਕਰਕੇ ਆਪਣੀ ਗੱਲ ਦੱਸੀ ਹੈ। ਜ਼ਿਆਦਾਤਰ ਸੰਦੇਸ਼ਾਂ ਵਿੱਚ ਬੀਤੇ ਹੋਏ ਸਾਲ ਦੇ ਅਨੁਭਵ ਅਤੇ ਸਾਲ 2021 ਨਾਲ ਜੁੜੇ ਸੰਕਲਪ ਨੇ। ਕੋਲਾਪੁਰ ਤੋਂ ਅੰਜਲੀ ਜੀ ਨੇ ਲਿਖਿਆ ਹੈ ਕਿ ਨਵੇਂ ਸਾਲ 'ਤੇ ਅਸੀਂ ਦੂਸਰਿਆਂ ਨੂੰ ਵਧਾਈ ਦਿੰਦੇ ਹਾਂ, ਸ਼ੁਭਕਾਮਨਾਵਾਂ ਦਿੰਦੇ ਹਾਂ, ਤਾਂ ਇਸ ਵਾਰੀ ਅਸੀਂ ਇੱਕ ਨਵਾਂ ਕੰਮ ਕਰੀਏ। ਕਿਉਂ ਨਾ ਅਸੀਂ ਆਪਣੇ ਦੇਸ਼ ਨੂੰ ਵਧਾਈ ਦਈਏ, ਦੇਸ਼ ਨੂੰ ਵੀ ਸ਼ੁਭਕਾਮਨਾਵਾਂ ਦਈਏ। ਅੰਜਲੀ ਜੀ, ਵਾਕਿਆ ਹੀ ਬਹੁਤ ਹੀ ਚੰਗਾ ਵਿਚਾਰ ਹੈ। ਸਾਡਾ ਦੇਸ਼ 2021 ਵਿੱਚ ਸਫਲਤਾਵਾਂ ਦੇ ਨਵੇਂ ਸਿਖਰ ਛੂਹੇ, ਦੁਨੀਆ ਵਿੱਚ ਭਾਰਤ ਦੀ ਪਛਾਣ ਹੋਰ ਸਸ਼ਕਤ ਹੋਵੇ, ਇਸ ਦੀ ਕਾਮਨਾ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ। ਸਾਥੀਓ, ਨਮੋ ਐਪ 'ਤੇ ਮੁੰਬਈ ਦੇ ਅਭਿਸ਼ੇਕ ਜੀ ਨੇ ਇੱਕ ਮੈਸੇਜ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ 2020 ਨੇ ਜੋ ਵਿਖਾ ਦਿੱਤਾ, ਜੋ ਸਿਖਾ ਦਿੱਤਾ, ਉਹ ਕਦੇ ਸੋਚਿਆ ਹੀ ਨਹੀਂ ਸੀ। ਕੋਰੋਨਾ ਨਾਲ ਜੁੜੀਆਂ ਸਾਰੀਆਂ ਗੱਲਾਂ ਉਨ੍ਹਾਂ ਨੇ ਲਿਖੀਆਂ ਨੇ। ਇਨ੍ਹਾਂ ਚਿੱਠੀਆਂ ਵਿੱਚ, ਇਨ੍ਹਾਂ ਸੰਦੇਸ਼ਾਂ ਵਿੱਚ ਮੈਨੂੰ ਇੱਕ ਗੱਲ ਜੋ ਕਾਮਨ ਨਜ਼ਰ ਆ ਰਹੀ ਹੈ, ਖਾਸ ਨਜ਼ਰ ਆ ਰਹੀ ਹੈ, ਉਹ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਜ਼ਿਆਦਾਤਰ ਚਿੱਠੀਆਂ ਵਿੱਚ ਲੋਕਾਂ ਨੇ ਦੇਸ਼ ਦੀ ਸਮਰੱਥਾ, ਦੇਸ਼ਵਾਸੀਆਂ ਦੀ ਸਮੂਹਿਕ ਸ਼ਕਤੀ ਦੀ ਭਰਪੂਰ ਸ਼ਲਾਘਾ ਕੀਤੀ ਹੈ। ਜਦੋਂ ਜਨਤਾ ਕਰਫਿਊ ਵਰਗਾ ਨਵਾਂ ਪ੍ਰਯੋਗ ਪੂਰੇ ਵਿਸ਼ਵ ਦੇ ਲਈ ਪ੍ਰੇਰਣਾ ਬਣਿਆ, ਜਦੋਂ ਤਾੜੀ ਥਾਲੀ ਵਜਾ ਕੇ ਦੇਸ਼ ਨੇ ਸਾਡੇ ਕੋਰੋਨਾ ਵਾਰੀਅਰਜ਼ ਦਾ ਸਨਮਾਨ ਕੀਤਾ ਸੀ, ਇਕਜੁੱਟਤਾ ਵਿਖਾਈ ਸੀ, ਉਸ ਨੂੰ ਵੀ ਕਈ ਲੋਕਾਂ ਨੇ ਯਾਦ ਕੀਤਾ ਹੈ। ਸਾਥੀਓ, ਦੇਸ਼ ਦੇ ਆਮ ਤੋਂ ਆਮ ਮਨੁੱਖ ਨੇ ਇਸ ਬਦਲਾਅ ਨੂੰ ਮਹਿਸੂਸ ਕੀਤਾ ਹੈ। ਮੈਂ ਦੇਸ਼ ਵਿੱਚ ਆਸ਼ਾ ਦਾ ਇੱਕ ਅਨੋਖਾ ਪ੍ਰਵਾਹ ਵੀ ਦੇਖਿਆ ਹੈ। ਚੁਣੌਤੀਆਂ ਖੂਬ ਆਈਆਂ, ਸੰਕਟ ਵੀ ਅਨੇਕਾਂ ਆਏ। ਕੋਰੋਨਾ ਦੇ ਕਾਰਨ ਦੁਨੀਆ ਵਿੱਚ ਸਪਲਾਈ ਚੇਨ ਨੂੰ ਲੈ ਕੇ ਅਨੇਕਾਂ ਰੁਕਾਵਟਾਂ ਵੀ ਆਈਆਂ, ਲੇਕਿਨ ਅਸੀਂ ਹਰ ਸੰਕਟ ਤੋਂ ਨਵੇਂ ਸਬਕ ਸਿੱਖੇ। ਦੇਸ਼ ਵਿੱਚ ਨਵੀਂ ਸਮਰੱਥਾ ਵੀ ਪੈਦਾ ਹੋਈ। ਜੇਕਰ ਸ਼ਬਦਾਂ ਵਿੱਚ ਕਹਿਣਾ ਹੈ ਤਾਂ ਇਸ ਸਮਰੱਥਾ ਦਾ ਨਾਂ ਹੈ ਆਤਮ ਨਿਰਭਰਤਾ। ਸਾਥੀਓ, ਦਿੱਲੀ ਵਿੱਚ ਰਹਿਣ ਵਾਲੇ ਅਭਿਨਵ ਬੈਨਰਜੀ ਨੇ ਆਪਣਾ ਜੋ ਅਨੁਭਵ ਮੈਨੂੰ ਲਿਖ ਕੇ ਭੇਜਿਆ ਹੈ, ਉਹ ਵੀ ਬਹੁਤ ਦਿਲਚਸਪ ਹੈ। ਅਭਿਨਵ ਜੀ ਨੇ ਆਪਣੀ ਰਿਸ਼ਤੇਦਾਰੀ ਵਿੱਚ ਬੱਚਿਆਂ ਨੂੰ ਗਿਫਟ ਦੇਣ ਦੇ ਲਈ ਕੁਝ ਖਿਡੌਣੇ ਖਰੀਦਣੇ ਸਨ। ਇਸ ਲਈ ਉਹ ਦਿੱਲੀ ਦੀ ਝੰਡੇਵਾਲਾ ਮਾਰਕੀਟ ਗਏ ਸਨ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਣਦੇ ਹੀ ਹੋਣਗੇ, ਇਹ ਮਾਰਕੀਟ ਦਿੱਲੀ ਵਿੱਚ ਸਾਈਕਲ ਅਤੇ ਖਿਡੌਣਿਆਂ ਦੇ ਲਈ ਜਾਣੀ ਜਾਂਦੀ ਹੈ। ਉੱਥੇ ਪਹਿਲਾਂ ਮਹਿੰਗੇ ਖਿਡੌਣਿਆਂ ਦਾ ਮਤਲਬ ਵੀ ਇੰਪੋਰਟਡ ਖਿਡੌਣੇ ਸੀ ਅਤੇ ਸਸਤੇ ਖਿਡੌਣੇ ਵੀ ਬਾਹਰ ਤੋਂ ਆਉਂਦੇ ਸਨ। ਲੇਕਿਨ ਅਭਿਨਵ ਜੀ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਹੁਣ ਉੱਥੋਂ ਦੇ ਕਈ ਦੁਕਾਨਦਾਰ ਕਸਟਮਰਜ਼ ਨੂੰ ਇਹ ਕਹਿ ਕੇ ਟੌਇਜ਼ ਵੇਚ ਰਹੇ ਨੇ ਕਿ ਚੰਗਾ ਟੌਏ ਹੈ ਕਿਉਂਕਿ ਇਹ ਭਾਰਤ ਵਿੱਚ ਬਣਿਆ ਹੈ, ਮੇਡ ਇਨ ਇੰਡੀਆ ਹੈ। ਕਸਟਮਰਜ਼ ਵੀ ਇੰਡੀਆ ਮੇਡ ਟੌਇਜ਼ ਦੀ ਹੀ ਮੰਗ ਕਰ ਰਹੇ ਨੇ। ਇਹੀ ਤਾਂ ਹੈ, ਇਹ ਇੱਕ ਸੋਚ ਵਿੱਚ ਕਿੰਨਾ ਵੱਡਾ ਬਦਲਾਅ, ਇਹ ਤਾਂ ਜਿਉਂਦਾ ਜਾਗਦਾ ਸਬੂਤ ਹੈ। ਦੇਸ਼ਵਾਸੀਆਂ ਦੀ ਸੋਚ ਵਿੱਚ ਕਿੰਨਾ ਵੱਡਾ ਬਦਲਾਅ ਆ ਰਿਹਾ ਅਤੇ ਉਹ ਵੀ ਇੱਕ ਸਾਲ ਦੇ ਅੰਦਰ ਅੰਦਰ। ਇਸ ਬਦਲਾਅ ਦਾ ਮੁਲਾਂਕਣ ਕਰਨਾ ਆਸਾਨ ਨਹੀਂ ਹੈ। ਅਰਥ ਸ਼ਾਸਤਰੀ ਵੀ ਇਸ ਨੂੰ ਆਪਣੇ ਪੈਮਾਨਿਆਂ 'ਤੇ ਤੋਲ ਨਹੀਂ ਸਕਦੇ। ਸਾਥੀਓ, ਮੈਨੂੰ ਵਿਸ਼ਾਖਾਪਟਨਮ ਤੋਂ ਵੈਂਕਟ ਮੁਰਲੀ ਪ੍ਰਸਾਦ ਜੀ ਨੇ ਜੋ ਲਿਖਿਆ ਹੈ, ਉਸ ਵਿੱਚ ਵੀ ਇੱਕ ਵੱਖ ਹੀ ਤਰ੍ਹਾਂ ਦਾ ਆਈਡੀਆ ਹੈ। ਵੈਂਕਟ ਜੀ ਨੇ ਲਿਖਿਆ ਹੈ, ਮੈਂ ਤੁਹਾਨੂੰ 2021 ਦੇ ਲਈ, 2021 ਦੇ ਲਈ ਆਪਣਾ ABC ਅਟੈਚ ਕਰ ਰਿਹਾ। ਮੈਨੂੰ ਕੁਝ ਸਮਝ ਨਹੀਂ ਆਇਆ ਕਿ ਆਖਿਰ ABC ਤੋਂ ਉਹਨਾਂ ਦਾ ਮਤਲਬ ਕੀ ਹੈ। ਤਦ ਮੈਂ ਵੇਖਿਆ ਕਿ ਵੈਂਕਟ ਜੀ ਨੇ ਚਿੱਠੀ ਦੇ ਨਾਲ ਇੱਕ ਚਾਰਟ ਵੀ ਅਟੈਚ ਕਰ ਰੱਖਿਆ ਹੈ। ਮੈਂ ਉਹ ਚਾਰਟ ਵੇਖਿਆ ਅਤੇ ਫਿਰ ਸਮਝਿਆ ਕਿ ABC ਤੋਂ ਉਹਨਾਂ ਦਾ ਮਤਲਬ ਹੈ ਆਤਮ ਨਿਰਭਰ ਭਾਰਤ। ਚਾਰਟ ABC
ਇਹ ਬਹੁਤ ਹੀ ਦਿਲਚਸਪ ਹੈ। ਵੈਂਕਟ ਜੀ ਨੇ ਉਹਨਾਂ ਸਾਰੀਆਂ ਚੀਜ਼ਾਂ ਦੀ ਪੂਰੀ ਲਿਸਟ ਬਣਾਈ ਹੈ ਜਿਨ੍ਹਾਂ ਨੂੰ ਹਰ ਰੋਜ਼ ਉਹ ਇਸਤੇਮਾਲ ਕਰਦੇ ਨੇ। ਇਸ ਵਿੱਚ ਇਲੈਕਟ੍ਰੌਨਿਕਸ, ਸਟੇਸ਼ਨਰੀ, ਸੈਲਫ ਕੇਅਰ ਆਈਟਮਸ, ਉਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸ਼ਾਮਿਲ ਹੈ। ਵੈਂਕਟ ਜੀ ਨੇ ਕਿਹਾ ਹੈ ਕਿ ਅਸੀਂ ਜਾਣੇ ਅਣਜਾਣੇ ਵਿੱਚ ਉਹਨਾਂ ਵਿਦੇਸ਼ੀ ਪ੍ਰੋਡਕਟਸ ਦਾ ਇਸਤੇਮਾਲ ਕਰ ਰਹੇ ਹਾਂ ਜਿਨ੍ਹਾਂ ਦੇ ਵਿਕਲਪ ਭਾਰਤ ਵਿੱਚ ਆਸਾਨੀ ਨਾਲ ਉਪਲਬਧ ਨੇ। ਹੁਣ ਉਹਨਾਂ ਨੇ ਕਸਮ ਖਾਧੀ ਹੈ ਕਿ ਮੈਂ ਉਸੇ ਪ੍ਰੋਡਕਟ ਦਾ ਇਸਤੇਮਾਲ ਕਰਾਂਗਾ ਜਿਨ੍ਹਾਂ ਵਿੱਚ ਸਾਡੇ ਦੇਸ਼ ਵਾਸੀਆਂ ਦੀ ਮਿਹਨਤ ਤੇ ਪਸੀਨਾ ਲੱਗਾ ਹੋਵੇ। ਸਾਥੀਓ, ਲੇਕਿਨ ਇਸ ਦੇ ਨਾਲ ਹੀ ਉਹਨਾਂ ਨੇ ਕੁਝ ਹੋਰ ਵੀ ਅਜਿਹਾ ਕਿਹਾ ਹੈ ਜੋ ਮੈਨੂੰ ਕਾਫੀ ਰੋਚਕ ਲੱਗਾ ਹੈ। ਉਹਨਾਂ ਨੇ ਲਿਖਿਆ ਹੈ ਕਿ ਅਸੀਂ ਆਤਮ ਨਿਰਭਰ ਭਾਰਤ ਦਾ ਸਮਰਥਨ ਕਰ ਰਹੇ ਹਾਂ, ਲੇਕਿਨ ਸਾਡੇ ਮੈਨੂਫੈਕਚਰਰਜ਼, ਉਹਨਾਂ ਦੇ ਲਈ ਵੀ ਸਾਫ਼ ਸੰਦੇਸ਼ ਹੋਣਾ ਚਾਹੀਦਾ ਹੈ ਕਿ ਉਹ ਪ੍ਰੋਡਕਟਸ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਾ ਕਰਨ। ਗੱਲ ਤਾਂ ਸਹੀ ਹੈ, ਜ਼ੀਰੋ ਇਫੈਕਟ, ਜ਼ੀਰੋ ਡਿਫੈਕਟ ਦੀ ਸੋਚ ਨਾਲ ਕੰਮ ਕਰਨ ਦਾ ਇਹ ਉਚਿਤ ਸਮਾਂ ਹੈ। ਮੈਂ ਦੇਸ਼ ਦੇ ਮੈਨੂਫੈਕਚਰਰਜ਼ ਤੇ ਇੰਡਸਟਰੀ ਲੀਡਰਜ਼ ਨੂੰ ਅਨੁਰੋਧ ਕਰਦਾ, ਦੇਸ਼ ਦੇ ਲੋਕਾਂ ਨੇ ਮਜ਼ਬੂਤ ਕਦਮ ਚੁੱਕਿਆ ਹੈ, ਮਜ਼ਬੂਤ ਕਦਮ ਅੱਗੇ ਵਧਾਇਆ ਹੈ। ਵੋਕਲ ਫਾਰ ਲੋਕਲ, ਇਹ ਅੱਜ ਘਰ-ਘਰ ਵਿੱਚ ਗੂੰਜ ਰਿਹਾ ਹੈ। ਅਜਿਹੇ ਵੇਲੇ ਹੁਣ ਇਹ ਨਿਸ਼ਚਿਤ ਕਰਨ ਦਾ ਸਮਾਂ ਹੈ ਕਿ ਸਾਡੇ ਪ੍ਰੋਡਕਟਸ ਵਿਸ਼ਵ ਪੱਧਰ ਦੇ ਹੋਣ। ਜੋ ਵੀ ਗਲੋਬਲ ਬੈਸਟ ਹੈ ਉਹ ਅਸੀਂ ਭਾਰਤ ਵਿੱਚ ਬਣਾ ਕੇ ਵਿਖਾਈਏ। ਇਸ ਦੇ ਲਈ ਸਾਡੇ ਉੱਦਮੀ ਸਾਥੀਆਂ ਨੇ ਅੱਗੇ ਆਉਣਾ ਹੈ, ਸਟਾਰਟਅਪ ਨੂੰ ਵੀ ਅੱਗੇ ਆਉਣਾ ਹੈ। ਇੱਕ ਵਾਰ ਫਿਰ ਮੈਂ ਵੈਂਕਟ ਜੀ ਨੂੰ ਉਹਨਾਂ ਦੀ ਬਿਹਤਰੀਨ ਕੋਸ਼ਿਸ਼ ਦੇ ਲਈ ਵਧਾਈ ਦਿੰਦਾ। ਸਾਥੀਓ, ਅਸੀਂ ਇਸ ਭਾਵਨਾ ਨੂੰ ਬਣਾਈ ਰੱਖਣਾ ਹੈ, ਬਚਾਈ ਰੱਖਣਾ ਹੈ ਤੇ ਵੱਧਦੇ ਹੀ ਰਹਿਣਾ ਹੈ। ਮੈਂ ਪਹਿਲਾਂ ਵੀ ਕਿਹਾ ਹੈ ਤੇ ਫਿਰ ਮੈਂ ਦੇਸ਼ ਵਾਸੀਆਂ ਨੂੰ ਅਨੁਰੋਧ ਕਰਾਂਗਾ, ਤੁਸੀਂ ਵੀ ਇੱਕ ਸੂਚੀ ਬਣਾਓ। ਦਿਨ ਭਰ ਵਿੱਚ ਅਸੀਂ ਜੋ ਚੀਜ਼ਾਂ ਵਰਤਦੇ ਹਾਂ ਉਹਨਾਂ ਸਾਰੀਆਂ ਚੀਜ਼ਾਂ ਦੀ ਵਿਵੇਚਨਾ ਕਰੋ ਤੇ ਇਹ ਵੇਖੋ ਕਿ ਅਣਜਾਣੇ ਵਿੱਚ ਕਿਹੜੀਆਂ ਵਿਦੇਸ਼ ਵਿੱਚ ਬਣੀਆਂ ਚੀਜ਼ਾਂ ਨੇ ਸਾਡੇ ਜੀਵਨ ਵਿੱਚ ਪ੍ਰਵੇਸ਼ ਕਰ ਲਿਆ ਹੈ, ਇੱਕ ਤਰ੍ਹਾਂ ਨਾਲ ਸਾਨੂੰ ਬੰਦੀ ਬਣਾ ਲਿਆ ਹੈ। ਇਨ੍ਹਾਂ ਦੇ ਭਾਰਤ ਵਿੱਚ ਬਣੇ ਵਿਕਲਪਾਂ ਦਾ ਪਤਾ ਕਰੋ ਤੇ ਇਹ ਵੀ ਤੈਅ ਕਰੋ ਕਿ ਅੱਗੇ ਤੋਂ ਭਾਰਤ ਵਿੱਚ ਬਣੇ, ਭਾਰਤ ਦੇ ਲੋਕਾਂ ਦੀ ਮਿਹਨਤ ਦੇ ਪਸੀਨੇ ਨਾਲ ਬਣੇ ਉਤਪਾਦਾਂ ਦਾ ਅਸੀਂ ਇਸਤੇਮਾਲ ਕਰੀਏ। ਤੁਸੀਂ ਹਰ ਸਾਲ ਨਿਊ ਈਅਰ ਰੈਜ਼ੋਲਿਊਸ਼ਨਜ਼ ਲੈਂਦੇ ਹੋ, ਇਸ ਵਾਰ ਇੱਕ ਨਵਾਂ ਰੈਜ਼ੋਲਿਊਸ਼ਨ ਆਪਣੇ ਦੇਸ਼ ਦੇ ਲਈ ਜ਼ਰੂਰ ਲੈਣਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਜ਼ਾਲਮਾਂ ਤੋਂ, ਅਤਿਆਚਾਰੀਆਂ ਤੋਂ ਦੇਸ਼ ਦੀ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤੀ, ਸੱਭਿਅਤਾ, ਸਾਡੇ ਰੀਤੀ ਰਿਵਾਜ਼ਾਂ ਨੂੰ ਬਚਾਉਣ ਦੇ ਲਈ ਕਿੰਨੇ ਵੱਡੇ ਬਲੀਦਾਨ ਦਿੱਤੇ ਗਏ ਨੇ। ਅੱਜ ਉਹਨਾਂ ਨੂੰ ਯਾਦ ਕਰਨ ਦਾ ਵੀ ਦਿਨ ਹੈ। ਅੱਜ ਦੇ ਹੀ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਦੀਵਾਰ ਵਿੱਚ ਜਿਉਂਦਾ ਚਿਣਵਾ ਦਿੱਤਾ ਗਿਆ ਸੀ। ਅਤਿਆਚਾਰੀ ਚਾਹੁੰਦੇ ਸਨ ਕਿ ਸਾਹਿਬਜ਼ਾਦੇ ਆਪਣੀ ਆਸਥਾ ਛੱਡ ਦੇਣ, ਮਹਾਨ ਗੁਰੂ ਪਰੰਪਰਾ ਦੀ ਸਿੱਖਿਆ ਛੱਡ ਦੇਣ, ਲੇਕਿਨ ਸਾਡੇ ਸਾਹਿਬਜ਼ਾਦਿਆਂ ਨੇ ਇੰਨੀ ਘੱਟ ਉਮਰ ਵਿੱਚ ਵੀ ਗਜ਼ਬ ਦਾ ਹੌਸਲਾ ਵਿਖਾਇਆ, ਇੱਛਾ ਸ਼ਕਤੀ ਵਿਖਾਈ। ਦੀਵਾਰ ਵਿੱਚ ਚਿਣੇ ਜਾਂਦੇ ਸਮੇਂ ਪੱਥਰ ਲੱਗਦੇ ਰਹੇ, ਦੀਵਾਰ ਉੱਚੀ ਹੁੰਦੀ ਰਹੀ, ਮੌਤ ਸਾਹਮਣੇ ਮੰਡਰਾ ਰਹੀ ਸੀ, ਲੇਕਿਨ ਫਿਰ ਵੀ ਉਹ ਟਸ ਤੋਂ ਮਸ ਨਹੀਂ ਹੋਏ। ਅੱਜ ਹੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ, ਮਾਤਾ ਗੁਜਰੀ ਜੀ ਨੇ ਵੀ ਸ਼ਹਾਦਤ ਦਿੱਤੀ ਸੀ। ਲਗਭਗ ਇੱਕ ਹਫ਼ਤਾ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦਿਨ ਸੀ। ਮੈਨੂੰ ਇੱਥੇ ਦਿੱਲੀ ਵਿੱਚ ਗੁਰਦੁਆਰਾ ਰਕਾਬਗੰਜ ਜਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਦਾ, ਮੱਥਾ ਟੇਕਣ ਦਾ ਮੌਕਾ ਮਿਲਿਆ। ਇਸੇ ਮਹੀਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਿਤ ਅਨੇਕਾਂ ਲੋਕ ਜ਼ਮੀਨ 'ਤੇ ਸੌਂਦੇ ਨੇ। ਲੋਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਲੋਕਾਂ ਦੇ ਦੁਆਰਾ ਦਿੱਤੀ ਗਈ ਸ਼ਹਾਦਤ ਨੂੰ ਬਹੁਤ ਭਾਵਪੂਰਨ ਅਵਸਥਾ ਵਿੱਚ ਯਾਦ ਕਰਦੇ ਨੇ। ਇਸ ਸ਼ਹਾਦਤ ਨੇ ਸੰਪੂਰਨ ਮਨੁੱਖਤਾ ਨੂੰ, ਦੇਸ਼ ਨੂੰ ਨਵੀਂ ਸਿੱਖਿਆ ਦਿੱਤੀ। ਇਸ ਸ਼ਹਾਦਤ ਨੇ ਸਾਡੀ ਸੱਭਿਅਤਾ ਨੂੰ ਸੁਰੱਖਿਅਤ ਰੱਖਣ ਦਾ ਮਹਾਨ ਕੰਮ ਕੀਤਾ। ਅਸੀਂ ਸਾਰੇ ਇਸ ਸ਼ਹਾਦਤ ਦੇ ਕਰਜ਼ਦਾਰ ਹਾਂ। ਇੱਕ ਵਾਰ ਫਿਰ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦਾ। ਅਜਿਹੀਆਂ ਹੀ ਅਨੇਕਾਂ ਸ਼ਹਾਦਤਾਂ ਨੇ ਭਾਰਤ ਦੇ ਅੱਜ ਦੇ ਸਰੂਪ ਨੂੰ ਬਚਾਈ ਰੱਖਿਆ ਹੈ, ਬਣਾਈ ਰੱਖਿਆ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਹੁਣ ਮੈਂ ਇੱਕ ਅਜਿਹੀ ਗੱਲ ਦੱਸਣ ਜਾ ਰਿਹਾ ਜਿਸ ਨਾਲ ਤੁਹਾਨੂੰ ਆਨੰਦ ਵੀ ਆਏਗਾ ਤੇ ਫਖਰ ਵੀ ਹੋਏਗਾ।
ਭਾਰਤ ਵਿੱਚ ਲੈਪਰਡਸ ਯਾਨੀ ਚੀਤਿਆਂ ਦੀ ਗਿਣਤੀ ਵਿੱਚ 2014 ਤੋਂ 2018 ਦੇ ਵਿਚਕਾਰ 60% ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। 2014 ਵਿੱਚ ਦੇਸ਼ ਵਿੱਚ ਲੈਪਰਡਸ ਦੀ ਗਿਣਤੀ ਲਗਭਗ 7900 ਸੀ। ਉੱਥੇ ਹੀ 2019 ਵਿੱਚ ਇਹਨਾਂ ਦੀ ਗਿਣਤੀ ਵੱਧ ਕੇ 12852 ਹੋ ਗਈ। ਇਹੋ ਹੀ ਲੈਪਰਡਸ ਨੇ ਜਿਨ੍ਹਾਂ ਦੇ ਬਾਰੇ ਜਿਮ ਕਾਰਬੇਟ ਨੇ ਕਿਹਾ ਸੀ, ਜਿਨ੍ਹਾਂ ਲੋਕਾਂ ਨੇ ਲੈਪਰਡਸ ਨੂੰ ਕੁਦਰਤ ਵਿੱਚ ਆਜ਼ਾਦ ਘੁੰਮਦਿਆਂ ਨਹੀਂ ਵੇਖਿਆ, ਉਹ ਉਸ ਦੀ ਖੂਬਸੂਰਤੀ ਦੀ ਕਲਪਨਾ ਹੀ ਨਹੀਂ ਕਰ ਸਕਦੇ। ਉਸ ਦੇ ਰੰਗਾਂ ਦੀ ਸੁੰਦਰਤਾ ਅਤੇ ਉਸ ਦੀ ਤੋਰ ਦੀ ਮੋਹਕਤਾ ਦਾ ਅੰਦਾਜ਼ਾ ਨਹੀਂ ਲਾ ਸਕਦੇ। ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ, ਖਾਸ ਤੌਰ 'ਤੇ ਮੱਧ ਭਾਰਤ ਵਿੱਚ ਚੀਤਿਆਂ ਦੀ ਗਿਣਤੀ ਵਧੀ ਹੈ। ਚੀਤਿਆਂ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਰਾਜਾਂ ਵਿੱਚ ਮੱਧ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਸਭ ਤੋਂ ਉੱਪਰ ਨੇ। ਇਹ ਇੱਕ ਵੱਡੀ ਪ੍ਰਾਪਤੀ ਹੈ। ਚੀਤੇ ਪੂਰੀ ਦੁਨੀਆ ਵਿੱਚ ਸਾਲਾਂ ਤੋਂ ਖਤਰਿਆਂ ਦਾ ਸਾਹਮਣਾ ਕਰਦੇ ਆ ਰਹੇ ਨੇ। ਦੁਨੀਆ ਭਰ ਵਿੱਚ ਉਨ੍ਹਾਂ ਦੇ ਹੈਬੀਟੈਟ ਨੂੰ ਨੁਕਸਾਨ ਪਹੁੰਚਿਆ ਹੈ। ਅਜਿਹੇ ਸਮੇਂ ਵਿੱਚ ਭਾਰਤ ਨੇ ਚੀਤਿਆਂ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਕਰਕੇ ਪੂਰੇ ਵਿਸ਼ਵ ਨੂੰ ਇੱਕ ਰਸਤਾ ਵਿਖਾਇਆ ਹੈ। ਤੁਹਾਨੂੰ ਇਨ੍ਹਾਂ ਗੱਲਾਂ ਦੀ ਵੀ ਜਾਣਕਾਰੀ ਹੋਏਗੀ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਸ਼ੇਰਾਂ ਦੀ ਆਬਾਦੀ ਵਧੀ ਹੈ, ਬਾਘਾਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ, ਨਾਲ ਹੀ ਭਾਰਤੀ ਵਣ ਖੇਤਰ ਵਿੱਚ ਵੀ ਇਜ਼ਾਫਾ ਹੋਇਆ ਹੈ। ਇਸ ਦੀ ਵਜ੍ਹਾ ਇਹ ਹੈ ਕਿ ਸਰਕਾਰ ਹੀ ਨਹੀਂ ਬਲਕਿ ਬਹੁਤ ਸਾਰੇ ਲੋਕ, ਸਿਵਲ ਸੁਸਾਇਟੀ, ਕਈ ਸੰਸਥਾਵਾਂ ਵੀ ਸਾਡੇ ਰੁੱਖਾਂ, ਪੌਦਿਆਂ ਅਤੇ ਜੰਗਲੀ ਜੀਵਾਂ ਦੇ ਸੰਰਖਣ ਵਿੱਚ ਜੁਟੀਆਂ ਹੋਈਆਂ ਨੇ। ਉਹ ਸਾਰੇ ਵਧਾਈ ਦੇ ਪਾਤਰ ਨੇ। ਸਾਥੀਓ, ਮੈਂ ਤਮਿਲਨਾਡੂ ਦੇ ਕੋਇੰਬਟੂਰ ਵਿੱਚ ਇੱਕ ਦਿਲ ਨੂੰ ਛੂਹਣ ਵਾਲੀ ਕੋਸ਼ਿਸ਼ ਦੇ ਬਾਰੇ ਪੜ੍ਹਿਆ ਹੈ। ਤੁਸੀਂ ਵੀ ਸੋਸ਼ਲ ਮੀਡੀਆ 'ਤੇ ਇਸ ਦੇ ਵਿਜ਼ੂਅਲਸ ਵੇਖੇ ਹੋਣਗੇ। ਅਸੀਂ ਸਾਰਿਆਂ ਨੇ ਇਨਸਾਨਾਂ ਵਾਲੀ ਵੀਲਚੇਅਰ ਵੇਖੀ ਹੈ, ਲੇਕਿਨ ਕੋਇੰਬਟੂਰ ਦੀ ਇੱਕ ਬੇਟੀ ਗਾਇਤਰੀ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਪੀੜਿਤ ਡੌਗ ਦੇ ਲਈ ਵੀਲਚੇਅਰ ਬਣਾ ਦਿੱਤੀ। ਇਹ ਸੰਵੇਦਨਸ਼ੀਲਤਾ ਪ੍ਰੇਰਣਾ ਦੇਣ ਵਾਲੀ ਹੈ ਅਤੇ ਇਹ ਤਾਂ ਹੀ ਹੋ ਸਕਦਾ ਹੈ ਜਦੋਂ ਵਿਅਕਤੀ ਹਰ ਜੀਵ ਦੇ ਪ੍ਰਤੀ ਦਇਆ ਅਤੇ ਕਰੁਣਾ ਨਾਲ ਭਰਿਆ ਹੋਵੇ। ਦਿੱਲੀ, NCR ਅਤੇ ਦੇਸ਼ ਦੇ ਦੂਸਰੇ ਸ਼ਹਿਰਾਂ ਵਿੱਚ ਕੰਬਾਉਣ ਵਾਲੀ ਠੰਡ ਵਿੱਚ ਬੇਘਰ ਪਸ਼ੂਆਂ ਦੀ ਦੇਖਭਾਲ ਦੇ ਲਈ ਕਈ ਲੋਕ ਬਹੁਤ ਕੁਝ ਕਰ ਰਹੇ ਨੇ। ਉਹ ਉਨ੍ਹਾਂ ਪਸ਼ੂਆਂ ਦੇ ਖਾਣ-ਪੀਣ ਅਤੇ ਉਨ੍ਹਾਂ ਦੇ ਲਈ ਸਵੈਟਰ ਅਤੇ ਬਿਸਤਰੇ ਤੱਕ ਦਾ ਇੰਤਜ਼ਾਮ ਕਰਦੇ ਨੇ। ਕਈ ਲੋਕ ਤਾਂ ਅਜਿਹੇ ਨੇ ਜੋ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹੇ ਪਸ਼ੂਆਂ ਦੇ ਲਈ ਭੋਜਨ ਦਾ ਇੰਤਜ਼ਾਮ ਕਰਦੇ ਨੇ। ਅਜਿਹੀ ਕੋਸ਼ਿਸ਼ ਦੀ ਸ਼ਲਾਘਾ ਹੋਣੀ ਚਾਹੀਦੀ ਹੈ। ਕੁਝ ਇਸੇ ਤਰ੍ਹਾਂ ਦੇ ਨੇਕ ਯਤਨ ਉੱਤਰ ਪ੍ਰਦੇਸ਼ ਦੇ ਕੋਸ਼ਾਂਬੀ ਵਿੱਚ ਕੀਤੇ ਜਾ ਰਹੇ ਨੇ। ਉੱਥੇ ਜੇਲ੍ਹ ਵਿੱਚ ਬੰਦ ਕੈਦੀ ਗਾਵਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਪੁਰਾਣੇ ਅਤੇ ਪਾਟੇ ਹੋਏ ਕੰਬਲਾਂ ਦੇ ਨਾਲ ਕਵਰ ਦੇ ਰਹੇ ਨੇ। ਇਨ੍ਹਾਂ ਕੰਬਲਾਂ ਨੂੰ ਕੋਸ਼ਾਂਬੀ ਸਮੇਤ ਦੂਸਰੇ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਵਿੱਚੋਂ ਇਕੱਠਾ ਕੀਤਾ ਜਾਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਸਿਉਂ ਕੇ ਗਊਸ਼ਾਲਾ ਭੇਜ ਦਿੱਤਾ ਜਾਂਦਾ ਹੈ। ਕੋਸ਼ਾਂਬੀ ਜੇਲ੍ਹ ਦੇ ਕੈਦੀ ਹਰ ਹਫ਼ਤੇ ਅਨੇਕਾਂ ਕਵਰ ਤਿਆਰ ਕਰ ਰਹੇ ਨੇ। ਆਓ ਦੂਸਰਿਆਂ ਦੀ ਦੇਖਭਾਲ ਦੇ ਲਈ ਸੇਵਾ ਭਾਵ ਨਾਲ ਭਰੀਆਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰੀਏ। ਇਹ ਅਸਲ ਵਿੱਚ ਇੱਕ ਅਜਿਹਾ ਸਦਕਾਰਜ ਹੈ ਜੋ ਸਮਾਜ ਦੀਆਂ ਸੰਵੇਦਨਾਵਾਂ ਨੂੰ ਸਸ਼ਕਤ ਕਰਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਜੋ ਚਿੱਠੀ ਮੇਰੇ ਸਾਹਮਣੇ ਹੈ ਉਸ ਵਿੱਚ ਦੋ ਵੱਡੀਆਂ ਤਸਵੀਰਾਂ ਨੇ। ਇਹ ਤਸਵੀਰਾਂ ਇੱਕ ਮੰਦਿਰ ਦੀਆਂ ਨੇ ਅਤੇ ਬਿਫੋਰ ਅਤੇ ਆਫਟਰ ਦੀਆਂ ਨੇ। ਇਨ੍ਹਾਂ ਤਸਵੀਰਾਂ ਦੇ ਨਾਲ ਜੋ ਚਿੱਠੀ ਹੈ ਉਸ ਵਿੱਚ ਨੌਜਵਾਨਾਂ ਦੀ ਇੱਕ ਅਜਿਹੀ ਟੀਮ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਜੋ ਖੁਦ ਨੂੰ ਯੁਵਾ ਬ੍ਰਿਗੇਡ ਕਹਿੰਦੀ ਹੈ। ਦਰਅਸਲ ਇਸ ਯੁਵਾ ਬ੍ਰਿਗੇਡ ਨੇ ਕਰਨਾਟਕ ਵਿੱਚ ਸ਼੍ਰੀਰੰਗਪਟਮ ਦੇ ਕੋਲ ਨਜ਼ਦੀਕ ਸਥਿਤ ਵੀਰਭੱਦਰ ਸਵਾਮੀ ਨਾਂ ਦੇ ਇੱਕ ਪੁਰਾਣੇ ਸ਼ਿਵ ਮੰਦਿਰ ਦਾ ਕਾਇਆ ਕਲਪ ਕਰ ਦਿੱਤਾ। ਮੰਦਿਰ ਵਿੱਚ ਹਰ ਪਾਸੇ ਘਾਹ-ਫੂਸ ਅਤੇ ਝਾੜੀਆਂ ਭਰੀਆਂ ਹੋਈਆਂ ਸਨ, ਇੰਨੀਆਂ ਕਿ ਰਾਹਗੀਰ ਵੀ ਨਹੀਂ ਸੀ ਦੱਸ ਸਕਦੇ ਕਿ ਇੱਥੇ ਇੱਕ ਮੰਦਿਰ ਹੈ। ਇੱਕ ਦਿਨ ਕੁਝ ਸੈਲਾਨੀਆਂ ਨੇ ਇਸ ਭੁੱਲੇ ਵਿਸਰੇ ਮੰਦਿਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਯੁਵਾ ਬ੍ਰਿਗੇਡ ਨੇ ਜਦੋਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੇਖਿਆ ਤਾਂ ਉਸ ਤੋਂ ਰਿਹਾ ਨਹੀਂ ਗਿਆ ਅਤੇ ਫਿਰ ਇਸ ਟੀਮ ਨੇ ਮਿਲ ਜੁਲ ਕੇ ਇਸ ਦਾ ਨਵੀਨੀਕਰਨ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਮੰਦਿਰ ਦੇ ਆਲੇ-ਦੁਆਲੇ ਉੱਗੀਆਂ ਕੰਡੇਦਾਰ ਝਾੜੀਆਂ, ਘਾਹ ਅਤੇ ਪੌਦਿਆਂ ਨੂੰ ਹਟਾਇਆ। ਜਿੱਥੇ ਮੁਰੰਮਤ ਅਤੇ ਨਿਰਮਾਣ ਦੀ ਜ਼ਰੂਰਤ ਸੀ ਉਹ ਕੀਤਾ। ਉਨ੍ਹਾਂ ਦੇ ਚੰਗੇ ਕੰਮ ਨੂੰ ਵੇਖਦਿਆਂ ਸਥਾਨਕ ਲੋਕਾਂ ਨੇ ਵੀ ਮਦਦ ਦੇ ਲਈ ਹੱਥ ਵਧਾਏ। ਕਿਸੇ ਨੇ ਸੀਮੈਂਟ ਦਿੱਤਾ, ਕਿਸੇ ਨੇ ਪੇਂਟ। ਅਜਿਹੀਆਂ ਕਈ ਹੋਰ ਚੀਜ਼ਾਂ ਦੇ ਨਾਲ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ। ਇਹ ਸਾਰੇ ਨੌਜਵਾਨ ਕਈ ਵੱਖ ਤਰ੍ਹਾਂ ਦੇ ਪ੍ਰੋਫੈਸ਼ਨ ਨਾਲ ਜੁੜੇ ਹੋਏ ਨੇ।
ਅਜਿਹੇ ਵਿੱਚ ਇਨ੍ਹਾਂ ਨੇ ਵੀਕਐਂਡਸ ਦੇ ਦੌਰਾਨ ਸਮਾਂ ਕੱਢਿਆ ਅਤੇ ਮੰਦਿਰ ਦੇ ਲਈ ਕੰਮ ਕੀਤਾ। ਨੌਜਵਾਨਾਂ ਨੇ ਮੰਦਿਰ ਵਿੱਚ ਦਰਵਾਜ਼ਾ ਲਵਾਉਣ ਦੇ ਨਾਲ-ਨਾਲ ਬਿਜਲੀ ਦਾ ਕੁਨੈਕਸ਼ਨ ਵੀ ਲਗਵਾਇਆ। ਇਸ ਤਰ੍ਹਾਂ ਉਨ੍ਹਾਂ ਨੇ ਮੰਦਿਰ ਦੀ ਪੁਰਾਣੀ ਸ਼ਾਨ ਨੂੰ ਫਿਰ ਤੋਂ ਸਥਾਪਿਤ ਕਰਨ ਦਾ ਕੰਮ ਕੀਤਾ। ਜਨੂੰਨ ਅਤੇ ਪੱਕਾ ਨਿਸ਼ਚਾ ਅਜਿਹੀਆਂ ਦੋ ਚੀਜ਼ਾਂ ਨੇ ਜਿਨ੍ਹਾਂ ਨਾਲ ਲੋਕ ਹਰ ਟੀਚਾ ਪ੍ਰਾਪਤ ਕਰ ਸਕਦੇ ਨੇ। ਜਦੋਂ ਮੈਂ ਭਾਰਤ ਦੇ ਨੌਜਵਾਨਾਂ ਨੂੰ ਵੇਖਦਾ ਤਾਂ ਖੁਦ ਨੂੰ ਆਨੰਦਿਤ ਅਤੇ ਸੰਤੁਸ਼ਟ ਮਹਿਸੂਸ ਕਰਦਾ। ਆਨੰਦਿਤ ਅਤੇ ਸੰਤੁਸ਼ਟ ਇਸ ਲਈ ਕਿਉਂਕਿ ਮੇਰੇ ਦੇਸ਼ ਦੇ ਨੌਜਵਾਨਾਂ ਵਿੱਚ ਕੈਨ ਡੂ ਦੀ ਅਪਰੋਚ ਹੈ ਅਤੇ ਵਿਲ ਡੂ ਦੀ ਸਪਿਰਿਟ ਹੈ। ਉਨ੍ਹਾਂ ਦੇ ਲਈ ਕੋਈ ਵੀ ਚੁਣੌਤੀ ਵੱਡੀ ਨਹੀਂ ਹੈ, ਕੁਝ ਵੀ ਉਨ੍ਹਾਂ ਦੀ ਪਹੁੰਚ ਤੋਂ ਦੂਰ ਨਹੀਂ ਹੈ। ਮੈਂ ਤਾਮਿਲਨਾਡੂ ਦੀ ਇੱਕ ਟੀਚਰ ਦੇ ਬਾਰੇ ਵਿੱਚ ਪੜ੍ਹਿਆ। ਉਸ ਦਾ ਨਾਂ ਹੇਮਲਤਾ ਐਨਕੇ ਹੈ, ਜੋ ਵਿਡੁਪੁਰਮ ਦੇ ਇੱਕ ਸਕੂਲ ਵਿੱਚ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਤਮਿਲ ਪੜ੍ਹਾਉਂਦੀ ਹੈ। ਕੋਵਿਡ-19 ਮਹਾਮਾਰੀ ਵੀ ਉਨ੍ਹਾਂ ਦੇ ਅਧਿਆਪਨ ਦੇ ਕੰਮ ਵਿੱਚ ਆੜੇ ਨਹੀਂ ਆ ਸਕੀ। ਹਾਂ, ਉਨ੍ਹਾਂ ਸਾਹਮਣੇ ਚੁਣੌਤੀਆਂ ਜ਼ਰੂਰ ਸਨ, ਲੇਕਿਨ ਉਨ੍ਹਾਂ ਨੇ ਇੱਕ ਇਨੋਵੇਟਿਵ ਰਾਹ ਕੱਢਿਆ। ਉਨ੍ਹਾਂ ਨੇ ਕੋਰਸ ਦੇ ਸਾਰੇ 53 ਚੈਪਟਰਜ਼ ਨੂੰ ਰਿਕਾਰਡ ਕੀਤਾ, ਐਨੀਮੇਟਿਡ ਵੀਡੀਓ ਤਿਆਰ ਕੀਤੇ ਅਤੇ ਇਨ੍ਹਾਂ ਨੂੰ ਇੱਕ ਪੈਨ ਡਰਾਈਵ ਵਿੱਚ ਲੈ ਕੇ ਆਪਣੇ ਸਟੂਡੈਂਟਸ ਨੂੰ ਵੰਡ ਦਿੱਤੇ। ਇਸ ਨਾਲ ਉਨ੍ਹਾਂ ਦੇ ਸਟੂਡੈਂਟਸ ਨੂੰ ਬਹੁਤ ਮਦਦ ਮਿਲੀ। ਉਹ ਚੈਪਟਰਜ਼ ਨੂੰ ਵਿਜ਼ੂਅਲੀ ਵੀ ਸਮਝ ਸਕੇ। ਇਸ ਦੇ ਨਾਲ ਹੀ ਉਹ ਆਪਣੇ ਸਟੂਡੈਂਟਸ ਨਾਲ ਟੈਲੀਫੋਨ 'ਤੇ ਵੀ ਗੱਲ ਕਰਦੀ ਰਹੀ। ਇਸ ਦੇ ਨਾਲ ਸਟੂਡੈਂਟਸ ਦੇ ਲਈ ਪੜ੍ਹਾਈ ਕਾਫੀ ਰੋਚਕ ਹੋ ਗਈ। ਦੇਸ਼ ਭਰ ਵਿੱਚ ਕੋਰੋਨਾ ਦੇ ਸਮੇਂ 'ਚ ਟੀਚਰਜ਼ ਨੇ ਜੋ ਇਨੋਵੇਟਿਵ ਤਰੀਕੇ ਅਪਣਾਏ, ਜੋ ਕੋਰਸ ਮਟੀਰੀਅਲ ਕ੍ਰਿਏਟਿਵਲੀ ਤਿਆਰ ਕੀਤਾ ਹੈ, ਉਹ ਔਨਲਾਈਨ ਪੜ੍ਹਾਈ ਦੇ ਇਸ ਦੌਰ ਵਿੱਚ ਬਹੁਮੁੱਲਾ ਹੈ। ਮੇਰਾ ਸਾਰੇ ਟੀਚਰਜ਼ ਨੂੰ ਅਨੁਰੋਧ ਹੈ ਕਿ ਉਹ ਇਨ੍ਹਾਂ ਕੋਰਸ ਮਟੀਰੀਅਲ ਨੂੰ ਸਿੱਖਿਆ ਮੰਤਰਾਲੇ ਦੇ ਦੀਕਸ਼ਾ ਪੋਰਟਲ 'ਤੇ ਜ਼ਰੂਰ ਅਪਲੋਡ ਕਰਨ। ਇਸ ਨਾਲ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਏਗਾ। ਸਾਥੀਓ, ਆਓ ਹੁਣ ਗੱਲ ਕਰਦੇ ਹਾਂ ਝਾਰਖੰਡ ਦੀ ਕੋਰਵਾ ਜਨਜਾਤੀ ਦੇ ਹੀਰਾਮਨ ਜੀ ਦੀ। ਹੀਰਾਮਨ ਜੀ ਗੜਵਾ ਜ਼ਿਲ੍ਹੇ ਦੇ ਸਿੰਜੋ ਪਿੰਡ ਵਿੱਚ ਰਹਿੰਦੇ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਕੋਰਵਾ ਜਨਜਾਤੀ ਦੀ ਆਬਾਦੀ ਸਿਰਫ 6000 ਹੈ, ਜੋ ਸ਼ਹਿਰਾਂ ਤੋਂ ਦੂਰ ਪਹਾੜਾਂ ਅਤੇ ਜੰਗਲਾਂ ਵਿੱਚ ਨਿਵਾਸ ਕਰਦੀ ਹੈ। ਆਪਣੇ ਸਮੁਦਾਇ ਦੀ ਸੰਸਕ੍ਰਿਤੀ ਅਤੇ ਪਛਾਣ ਨੂੰ ਬਚਾਉਣ ਦੇ ਲਈ ਹੀਰਾਮਨ ਜੀ ਨੇ ਇੱਕ ਬੀੜਾ ਚੁੱਕਿਆ। ਉਨ੍ਹਾਂ ਨੇ 12 ਸਾਲ ਦੀ ਅਣਥੱਕ ਮਿਹਨਤ ਤੋਂ ਬਾਅਦ ਲੁਪਤ ਹੁੰਦੀ ਕੋਰਵਾ ਭਾਸ਼ਾ ਦਾ ਸ਼ਬਦਕੋਸ਼ ਤਿਆਰ ਕੀਤਾ। ਉਨ੍ਹਾਂ ਨੇ ਇਸ ਸ਼ਬਦਕੋਸ਼ ਵਿੱਚ ਘਰ ਗ੍ਰਸਥੀ ਵਿੱਚ ਪ੍ਰਯੋਗ ਹੋਣ ਵਾਲੇ ਸ਼ਬਦਾਂ ਤੋਂ ਲੈ ਕੇ ਰੋਜ਼ਾਨਾ ਜੀਵਨ ਵਿੱਚ ਇਸਤੇਮਾਲ ਹੋਣ ਵਾਲੇ ਕੋਰਵਾ ਭਾਸ਼ਾ ਦੇ ਢੇਰ ਸਾਰੇ ਸ਼ਬਦਾਂ ਨੂੰ ਅਰਥ ਦੇ ਨਾਲ ਲਿਖਿਆ ਹੈ। ਕੋਰਵਾ ਸਮੁਦਾਇ ਦੇ ਲਈ ਹੀਰਾਮਨ ਜੀ ਨੇ ਜੋ ਕਰ ਵਿਖਾਇਆ ਹੈ, ਉਹ ਦੇਸ਼ ਦੇ ਲਈ ਇੱਕ ਮਿਸਾਲ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕਿਹਾ ਜਾਂਦਾ ਹੈ ਕਿ ਅਕਬਰ ਦੇ ਦਰਬਾਰ ਵਿੱਚ ਇੱਕ ਮੁੱਖ ਸ਼ਖਸੀਅਤ ਅਬੁਲ ਫਜ਼ਲ ਸਨ। ਉਨ੍ਹਾਂ ਨੇ ਇੱਕ ਵਾਰੀ ਕਸ਼ਮੀਰ ਦੀ ਯਾਤਰਾ ਤੋਂ ਬਾਅਦ ਕਿਹਾ ਸੀ ਕਿ ਕਸ਼ਮੀਰ ਵਿੱਚ ਇੱਕ ਅਜਿਹਾ ਨਜ਼ਾਰਾ ਹੈ ਜਿਸ ਨੂੰ ਵੇਖ ਕੇ ਚਿੜਚਿੜੇ ਅਤੇ ਗੁੱਸੇਖੋਰ ਲੋਕ ਵੀ ਖੁਸ਼ੀ ਨਾਲ ਝੂਮ ਉੱਠਣਗੇ। ਦਰਅਸਲ ਉਹ ਕਸ਼ਮੀਰ ਵਿੱਚ ਕੇਸਰ ਦੇ ਖੇਤਾਂ ਦਾ ਵਰਣਨ ਕਰ ਰਹੇ ਸਨ। ਕੇਸਰ ਸਦੀਆਂ ਤੋਂ ਕਸ਼ਮੀਰ ਨਾਲ ਜੁੜਿਆ ਹੋਇਆ ਹੈ। ਕਸ਼ਮੀਰੀ ਕੇਸਰ ਮੁੱਖ ਰੂਪ ਵਿੱਚ ਪੁਲਵਾਮਾ, ਬਡਗਾਮ ਅਤੇ ਕਿਸ਼ਤਵਾੜ ਵਰਗੀਆਂ ਥਾਵਾਂ 'ਤੇ ਉਗਾਇਆ ਜਾਂਦਾ ਹੈ। ਇਸੇ ਸਾਲ ਮਈ ਵਿੱਚ ਕਸ਼ਮੀਰੀ ਕੇਸਰ ਨੂੰ ਜਿਓਗ੍ਰਾਫੀਕਲ ਇੰਡੀਕੇਸ਼ਨ ਟੈਗ ਯਾਨੀ ਕਿ GI ਟੈਗ ਦਿੱਤਾ ਗਿਆ। ਇਸ ਦੇ ਜ਼ਰੀਏ ਅਸੀਂ ਕਸ਼ਮੀਰੀ ਕੇਸਰ ਨੂੰ ਇੱਕ ਗਲੋਬਲੀ ਪੋਪੂਲਰ ਬ੍ਰਾਂਡ ਬਣਾਉਣਾ ਚਾਹੁੰਦੇ ਹਾਂ। ਕਸ਼ਮੀਰੀ ਕੇਸਰ ਵਿਸ਼ਵ ਪੱਧਰ 'ਤੇ ਇੱਕ ਅਜਿਹੇ ਮਸਾਲੇ ਦੇ ਰੂਪ ਵਿੱਚ ਪ੍ਰਸਿੱਧ ਹੈ ਜਿਸ ਦੇ ਕਈ ਤਰ੍ਹਾਂ ਦੇ ਔਸ਼ਧੀ ਗੁਣ ਨੇ। ਇਹ ਅਤਿਅੰਤ ਸੁਗੰਧਿਤ ਹੁੰਦਾ ਹੈ, ਇਸ ਦਾ ਰੰਗ ਗਾੜਾ ਹੁੰਦਾ ਹੈ ਅਤੇ ਇਸ ਦੇ ਧਾਗੇ ਲੰਮੇ ਅਤੇ ਮੋਟੇ ਹੁੰਦੇ ਨੇ ਜੋ ਇਸ ਦੀ ਮੈਡੀਸਿਨਲ ਵੈਲਿਊ ਨੂੰ ਵਧਾਉਂਦੇ ਨੇ। ਇਹ ਜੰਮੂ ਅਤੇ ਕਸ਼ਮੀਰ ਦੀ ਸਮਰਿੱਧ ਸੱਭਿਆਚਾਰਕ ਵਿਰਾਸਤ ਦੀ ਅਗਵਾਈ ਕਰਦਾ ਹੈ। ਕੁਆਲਿਟੀ ਦੀ ਗੱਲ ਕਰੀਏ ਤਾਂ ਕਸ਼ਮੀਰ ਦਾ ਕੇਸਰ ਬਹੁਤ ਯੂਨੀਕ ਹੈ ਅਤੇ ਦੂਸਰੇ ਦੇਸ਼ਾਂ ਦੇ ਕੇਸਰ ਤੋਂ ਬਿਲਕੁਲ ਵੱਖ ਹੈ। ਕਸ਼ਮੀਰ ਦੇ ਕੇਸਰ ਨੂੰ GI ਟੈਗ ਰਿਕਗਨੀਸ਼ਨ ਨਾਲ ਇੱਕ ਵੱਖ ਪਛਾਣ ਮਿਲੀ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਕਸ਼ਮੀਰੀ ਕੇਸਰ ਨੂੰ GI ਟੈਗ ਦਾ ਸਰਟੀਫਿਕੇਟ ਮਿਲਣ ਤੋਂ ਬਾਅਦ ਦੁਬਈ ਦੇ ਇੱਕ ਸੁਪਰ ਮਾਰਕੀਟ ਵਿੱਚ ਇਸ ਨੂੰ ਲਾਂਚ ਕੀਤਾ ਗਿਆ।
ਇਸ ਦਾ ਨਿਰਯਾਤ ਵਧਣ ਲੱਗੇਗਾ। ਇਹ ਆਤਮ ਨਿਰਭਰ ਭਾਰਤ ਬਣਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤੀ ਦੇਵੇਗਾ। ਕੇਸਰ ਦੇ ਕਿਸਾਨਾਂ ਨੂੰ ਇਸ ਨਾਲ ਵਿਸ਼ੇਸ਼ ਰੂਪ ਵਿੱਚ ਲਾਭ ਹੋਏਗਾ। ਪੁਲਵਾਮਾ ਵਿੱਚ ਤਰਾਲ ਦੇ ਸ਼ਾਰ ਇਲਾਕੇ ਦੇ ਰਹਿਣ ਵਾਲੇ ਅਬਦੁਲ ਮਜੀਦ ਵਾਣੀ ਨੂੰ ਹੀ ਵੇਖ ਲਓ। ਉਹ ਆਪਣੇ GI ਟੈਗਡ ਕੇਸਰ ਨੂੰ ਨੈਸ਼ਨਲ ਸੈਫਰੋਨ ਮਿਸ਼ਨ ਦੀ ਮਦਦ ਨਾਲ ਪੰਪੋਰ ਦੇ ਟ੍ਰੇਡਿੰਗ ਸੈਂਟਰ ਵਿੱਚ ਟ੍ਰੇਡਿੰਗ ਦੇ ਜ਼ਰੀਏ ਵੇਚ ਰਹੇ ਨੇ। ਇਨ੍ਹਾਂ ਵਰਗੇ ਹੀ ਕਈ ਲੋਕ ਕਸ਼ਮੀਰ ਵਿੱਚ ਇਹ ਕੰਮ ਕਰ ਰਹੇ ਨੇ। ਅਗਲੀ ਵਾਰੀ ਜਦੋਂ ਤੁਸੀਂ ਕੇਸਰ ਨੂੰ ਖਰੀਦਣ ਦਾ ਮਨ ਬਣਾਓ ਤਾਂ ਕਸ਼ਮੀਰ ਦਾ ਹੀ ਕੇਸਰ ਖਰੀਦਣ ਬਾਰੇ ਸੋਚੋ। ਕਸ਼ਮੀਰੀ ਲੋਕਾਂ ਦੀ ਗਰਮਜੋਸ਼ੀ ਅਜਿਹੀ ਹੈ ਕਿ ਉੱਥੋਂ ਦੇ ਕੇਸਰ ਦਾ ਸਵਾਦ ਹੀ ਵੱਖ ਹੁੰਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ 2 ਦਿਨ ਪਹਿਲਾਂ ਹੀ ਗੀਤਾ ਜਯੰਤੀ ਸੀ। ਗੀਤਾ ਸਾਨੂੰ ਸਾਡੇ ਜੀਵਨ ਦੇ ਹਰ ਸੰਦਰਭ ਵਿੱਚ ਪ੍ਰੇਰਣਾ ਦਿੰਦੀ ਹੈ। ਲੇਕਿਨ ਕੀ ਤੁਸੀਂ ਕਦੇ ਸੋਚਿਆ ਗੀਤਾ ਇੰਨਾ ਅਨੋਖਾ ਗ੍ਰੰਥ ਕਿਉਂ ਹੈ? ਉਹ ਇਸ ਲਈ ਕਿਉਂਕਿ ਇਹ ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਹੀ ਬਾਣੀ ਹੈ। ਲੇਕਿਨ ਗੀਤਾ ਦੀ ਖਾਸੀਅਤ ਇਹ ਵੀ ਹੈ ਕਿ ਇਹ ਜਾਣਨ ਦੀ ਜਿਗਿਆਸਾ ਤੋਂ ਸ਼ੁਰੂ ਹੁੰਦੀ ਹੈ, ਪ੍ਰਸ਼ਨ ਨਾਲ ਸ਼ੁਰੂ ਹੁੰਦੀ ਹੈ। ਅਰਜੁਨ ਨੇ ਭਗਵਾਨ ਨੂੰ ਪ੍ਰਸ਼ਨ ਕੀਤਾ, ਜਿਗਿਆਸਾ ਵਿਖਾਈ, ਤਾਂ ਹੀ ਗੀਤਾ ਦਾ ਗਿਆਨ ਸੰਸਾਰ ਨੂੰ ਮਿਲਿਆ। ਗੀਤਾ ਦੇ ਹੀ ਵਾਂਗ ਸਾਡੀ ਸੰਸਕ੍ਰਿਤੀ ਵਿੱਚ ਜਿੰਨਾ ਵੀ ਗਿਆਨ ਹੈ, ਸਭ ਜਿਗਿਆਸਾ ਨਾਲ ਹੀ ਸ਼ੁਰੂ ਹੁੰਦਾ ਹੈ। ਵੇਦਾਂਤ ਦਾ ਤਾਂ ਪਹਿਲਾ ਮੰਤਰ ਹੀ ਹੈ, ਅਥਾਤੋ ਬ੍ਰਹਮ ਜਿਗਿਆਸਾ, ਅਰਥਾਤ ਆਓ ਅਸੀਂ ਬ੍ਰਹਮ ਦੀ ਜਿਗਿਆਸਾ ਕਰੀਏ। ਇਸ ਲਈ ਤਾਂ ਸਾਡੇ ਇੱਥੇ ਬ੍ਰਹਮ ਦੀ ਵੀ ਖੋਜ ਦੀ ਗੱਲ ਕਹੀ ਜਾਂਦੀ ਹੈ। ਜਿਗਿਆਸਾ ਦੀ ਤਾਕਤ ਹੀ ਅਜਿਹੀ ਹੈ। ਜਿਗਿਆਸਾ ਤੁਹਾਨੂੰ ਲਗਾਤਾਰ ਨਵੇਂ ਦੇ ਲਈ ਪ੍ਰੇਰਿਤ ਕਰਦੀ ਹੈ। ਬਚਪਨ ਵਿੱਚ ਅਸੀਂ ਇਸ ਲਈ ਹੀ ਤਾਂ ਸਿੱਖਦੇ ਹਾਂ ਕਿਉਂਕਿ ਸਾਡੇ ਅੰਦਰ ਜਿਗਿਆਸਾ ਹੁੰਦੀ ਹੈ। ਯਾਨੀ ਜਦੋਂ ਤੱਕ ਜਿਗਿਆਸਾ ਹੈ, ਉਦੋਂ ਤੱਕ ਜੀਵਨ ਹੈ। ਜਦੋਂ ਤੱਕ ਜਿਗਿਆਸਾ ਹੈ, ਉਦੋਂ ਤੱਕ ਨਵਾਂ ਸਿੱਖਣ ਦਾ ਕ੍ਰਮ ਜਾਰੀ ਹੈ। ਇਸ ਵਿੱਚ ਕੋਈ ਉਮਰ, ਕੋਈ ਪਰਿਸਥਿਤੀ ਮਾਇਨੇ ਹੀ ਨਹੀਂ ਰੱਖਦੀ। ਜਿਗਿਆਸਾ ਦੀ ਅਜਿਹੀ ਹੀ ਊਰਜਾ ਦਾ ਇੱਕ ਉਦਾਹਰਣ ਮੈਨੂੰ ਪਤਾ ਲੱਗਾ ਹੈ ਤਮਿਲਨਾਡੂ ਦੇ ਬਜ਼ੁਰਗ ਸ਼੍ਰੀ ਸ਼੍ਰੀਨਿਵਾਸਾਚਾਰਿਆ ਸਵਾਮੀ ਜੀ ਦੇ ਬਾਰੇ ਵਿੱਚ। ਸ਼੍ਰੀ ਸ਼੍ਰੀਨਿਵਾਸਾਚਾਰਿਆ ਸਵਾਮੀ ਜੀ 92 ਸਾਲ 92 ਈਅਰਸ ਦੇ ਨੇ। ਉਹ ਇਸ ਉਮਰ ਵਿੱਚ ਵੀ ਕੰਪਿਊਟਰ 'ਤੇ ਆਪਣੀ ਕਿਤਾਬ ਲਿਖ ਰਹੇ ਨੇ, ਉਹ ਵੀ ਖੁਦ ਹੀ ਟਾਈਪ ਕਰਕੇ। ਤੁਸੀਂ ਸੋਚ ਰਹੇ ਹੋਵੋਗੇ ਕਿ ਕਿਤਾਬ ਲਿਖਣਾ ਤਾਂ ਠੀਕ ਹੈ, ਲੇਕਿਨ ਸ਼੍ਰੀਨਿਵਾਸਾਚਾਰਿਆ ਜੀ ਦੇ ਸਮੇਂ ਤਾਂ ਕੰਪਿਊਟਰ ਹੁੰਦਾ ਹੀ ਨਹੀਂ ਹੋਏਗਾ। ਫਿਰ ਉਹਨਾਂ ਨੇ ਕੰਪਿਊਟਰ ਕਦੋਂ ਸਿੱਖਿਆ? ਇਹ ਗੱਲ ਸਹੀ ਹੈ ਕਿ ਉਹਨਾਂ ਦੇ ਕਾਲਜ ਦੇ ਸਮੇਂ ਵਿੱਚ ਕੰਪਿਊਟਰ ਨਹੀਂ ਸੀ, ਲੇਕਿਨ ਉਹਨਾਂ ਦੇ ਮਨ ਵਿੱਚ ਜਿਗਿਆਸਾ ਅਤੇ ਆਤਮ ਵਿਸ਼ਵਾਸ ਹੁਣ ਵੀ ਓਨਾ ਹੀ ਹੈ ਜਿੰਨਾ ਆਪਣੀ ਜਵਾਨੀ ਵੇਲੇ ਸੀ। ਦਰਅਸਲ ਸ਼੍ਰੀਨਿਵਾਸਾਚਾਰਿਆ ਸਵਾਮੀ ਜੀ ਸੰਸਕ੍ਰਿਤ ਅਤੇ ਤਮਿਲ ਦੇ ਵਿਦਵਾਨ ਨੇ। ਉਹ ਹੁਣ ਤੱਕ ਲਗਭਗ 16 ਅਧਿਆਤਮਿਕ ਗ੍ਰੰਥ ਵੀ ਲਿਖ ਚੁੱਕੇ ਨੇ। ਲੇਕਿਨ ਕੰਪਿਊਟਰ ਆਉਣ ਤੋਂ ਬਾਅਦ ਉਹਨਾਂ ਨੂੰ ਜਦੋਂ ਲੱਗਾ ਕਿ ਹੁਣ ਤਾਂ ਕਿਤਾਬਾਂ ਲਿਖਣ ਅਤੇ ਪ੍ਰਿੰਟ ਹੋਣ ਦਾ ਤਰੀਕਾ ਬਦਲ ਗਿਆ, ਤਾਂ ਉਹਨਾਂ ਨੇ 86 ਸਾਲ ਦੀ ਉਮਰ ਵਿੱਚ 86 ਦੀ ਉਮਰ ਵਿੱਚ ਕੰਪਿਊਟਰ ਸਿੱਖਿਆ, ਆਪਣੇ ਲਈ ਜ਼ਰੂਰੀ ਸਾਫਟਵੇਅਰ ਸਿੱਖੇ। ਹੁਣ ਉਹ ਆਪਣੀ ਕਿਤਾਬ ਪੂਰੀ ਕਰ ਰਹੇ ਨੇ। ਸਾਥੀਓ, ਸ਼੍ਰੀਨਿਵਾਸਾਚਾਰਿਆ ਜੀ ਦਾ ਜੀਵਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜੀਵਨ ਉਦੋਂ ਤੱਕ ਊਰਜਾ ਨਾਲ ਭਰਿਆ ਰਹਿੰਦਾ ਹੈ ਜਦੋਂ ਤੱਕ ਜੀਵਨ ਵਿੱਚ ਜਿਗਿਆਸਾ ਨਹੀਂ ਮਰਦੀ, ਸਿੱਖਣ ਦੀ ਚਾਹ ਨਹੀਂ ਮਰਦੀ। ਇਸ ਲਈ ਸਾਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਪਛੜ ਗਏ ਹਾਂ, ਅਸੀਂ ਮੌਕਾ ਗਵਾ ਦਿੱਤਾ ਹੈ, ਕਾਸ਼ ਅਸੀਂ ਇਹ ਵੀ ਸਿੱਖ ਲੈਂਦੇ। ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਨਹੀਂ ਸਿੱਖ ਸਕਦੇ ਜਾਂ ਅੱਗੇ ਨਹੀਂ ਵਧ ਸਕਦੇ। ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ ਅਸੀਂ ਜਿਗਿਆਸਾ ਨਾਲ ਕੁਝ ਨਵਾਂ ਸਿੱਖਣ ਅਤੇ ਕਰਨ ਦੀ ਗੱਲ ਕਰ ਰਹੇ ਸੀ। ਨਵੇਂ ਸਾਲ 'ਤੇ ਨਵੇਂ ਸੰਕਲਪਾਂ ਦੀ ਵੀ ਗੱਲ ਕਰ ਰਹੇ ਸੀ। ਲੇਕਿਨ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਲਗਾਤਾਰ ਕੁਝ ਨਾ ਕੁਝ ਨਵਾਂ ਕਰਦੇ ਰਹਿੰਦੇ ਨੇ, ਨਵੇਂ-ਨਵੇਂ ਸੰਕਲਪਾਂ ਨੂੰ ਸਿੱਧ ਕਰਦੇ ਰਹਿੰਦੇ ਨੇ। ਤੁਸੀਂ ਵੀ ਆਪਣੇ ਜੀਵਨ ਵਿੱਚ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਤੱਕ ਅਸੀਂ ਸਮਾਜ ਦੇ ਲਈ ਕੁਝ ਕਰਦੇ ਹਾਂ ਤਾਂ ਬਹੁਤ ਕੁਝ ਕਰਨ ਦੀ ਊਰਜਾ ਸਮਾਜ ਸਾਨੂੰ ਖੁਦ ਹੀ ਦੇ ਦਿੰਦਾ ਹੈ। ਆਮ ਜਿਹੀਆਂ ਲੱਗਣ ਵਾਲੀਆਂ ਪ੍ਰੇਰਨਾਵਾਂ ਨਾਲ ਬਹੁਤ ਵੱਡੇ ਕੰਮ ਵੀ ਹੋ ਜਾਂਦੇ ਨੇ। ਅਜਿਹੇ ਹੀ ਇੱਕ ਨੌਜਵਾਨ ਨੇ ਸ਼੍ਰੀਮਾਨ ਪ੍ਰਦੀਪ ਸਾਂਗਵਾਨ। ਗੁਰੂਗ੍ਰਾਮ ਦੇ ਪ੍ਰਦੀਪ ਸਾਂਗਵਾਨ 2016 ਤੋਂ ਹੀਲਿੰਗ ਹਿਮਾਲਿਆਜ਼ ਨਾਂ ਨਾਲ ਮੁਹਿੰਮ ਚਲਾ ਰਹੇ ਨੇ।
ਉਹ ਆਪਣੀ ਟੀਮ ਤੇ ਵਲੰਟੀਅਰਸ ਦੇ ਨਾਲ ਹਿਮਾਲਿਆ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਂਦੇ ਨੇ ਤੇ ਜੋ ਪਲਾਸਟਿਕ ਕਚਰਾ ਟੂਰਿਸਟ ਉੱਥੇ ਛੱਡ ਕੇ ਜਾਂਦੇ ਨੇ ਉਹ ਸਾਫ਼ ਕਰਦੇ ਨੇ। ਪ੍ਰਦੀਪ ਜੀ ਹੁਣ ਤੱਕ ਹਿਮਾਲਿਆ ਦੀ ਵੱਖ-ਵੱਖ ਟੂਰਿਸਟ ਲੋਕੇਸ਼ਨਜ਼ ਤੋਂ ਕਈ ਟਨ ਪਲਾਸਟਿਕ ਸਾਫ਼ ਕਰ ਚੁੱਕੇ ਨੇ। ਇਸੇ ਤਰ੍ਹਾਂ ਕਰਨਾਟਕ ਦੇ ਇੱਕ ਨੌਜਵਾਨ ਪਤੀ-ਪਤਨੀ ਨੇ ਅਨੁਦੀਪ ਤੇ ਮਨੂਸ਼ਾ। ਅਨੁਦੀਪ ਤੇ ਮਨੂਸ਼ਾ ਨੇ ਅਜੇ ਪਿਛਲੇ ਮਹੀਨੇ ਨਵੰਬਰ ਵਿੱਚ ਹੀ ਵਿਆਹ ਕੀਤਾ ਹੈ। ਵਿਆਹ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਘੁੰਮਣ-ਫਿਰਨ ਜਾਂਦੇ ਨੇ, ਲੇਕਿਨ ਇਨ੍ਹਾਂ ਦੋਵਾਂ ਨੇ ਕੁਝ ਵੱਖ ਕੀਤਾ। ਇਹ ਦੋਵੇਂ ਹਮੇਸ਼ਾ ਵੇਖਦੇ ਸਨ ਕਿ ਲੋਕ ਆਪਣੇ ਘਰ ਤੋਂ ਬਾਹਰ ਘੁੰਮਣ ਤੇ ਜਾਂਦੇ ਨੇ, ਲੇਕਿਨ ਜਦੋਂ ਜਾਂਦੇ ਨੇ ਤਾਂ ਉੱਥੇ ਢੇਰ ਸਾਰਾ ਕੂੜਾ-ਕਚਰਾ ਛੱਡ ਕੇ ਆ ਜਾਂਦੇ ਨੇ। ਕਰਨਾਟਕ ਦੇ ਸੋਮੇਸ਼ਵਰ ਬੀਚ ਤੇ ਵੀ ਇਹੀ ਸਥਿਤੀ ਸੀ। ਅਨੁਦੀਪ ਤੇ ਮਨੂਸ਼ਾ ਨੇ ਤੈਅ ਕੀਤਾ ਕਿ ਉਹ ਸੋਮੇਸ਼ਵਰ ਬੀਚ ਤੇ ਲੋਕ ਜੋ ਕਚਰਾ ਛੱਡ ਕੇ ਗਏ ਨੇ ਉਸ ਨੂੰ ਸਾਫ਼ ਕਰਨਗੇ। ਦੋਵਾਂ ਪਤੀ-ਪਤਨੀ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਸੰਕਲਪ ਇਹੀ ਲਿਆ। ਦੋਵਾਂ ਨੇ ਮਿਲ ਕੇ ਸਮੁੰਦਰ ਤੱਟ ਦਾ ਕਾਫੀ ਕਚਰਾ ਸਾਫ਼ ਕਰ ਦਿੱਤਾ। ਅਨੁਦੀਪ ਨੇ ਆਪਣੇ ਇਸ ਸੰਕਲਪ ਦੇ ਬਾਰੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤਾ। ਫਿਰ ਕੀ ਸੀ, ਉਨ੍ਹਾਂ ਦੀ ਇੰਨੀ ਸ਼ਾਨਦਾਰ ਸੋਚ ਤੋਂ ਪ੍ਰਭਾਵਿਤ ਹੋ ਕੇ ਢੇਰ ਸਾਰੇ ਨੌਜਵਾਨ ਉਨ੍ਹਾਂ ਦੇ ਨਾਲ ਆ ਕੇ ਜੁੜ ਗਏ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਨ੍ਹਾਂ ਲੋਕਾਂ ਨੇ ਮਿਲ ਕੇ ਸੋਮੇਸ਼ਵਰ ਬੀਚ ਤੋਂ 800 ਕਿਲੋ ਤੋਂ ਜ਼ਿਆਦਾ ਕਚਰਾ ਸਾਫ਼ ਕੀਤਾ। ਸਾਥੀਓ, ਇਨ੍ਹਾਂ ਕੋਸ਼ਿਸ਼ਾਂ ਦੇ ਵਿਚਕਾਰ ਅਸੀਂ ਵੀ ਸੋਚਣਾ ਹੈ ਕਿ ਇਹ ਕਚਰਾ ਇਨ੍ਹਾਂ ਬੀਚਜ਼ ਤੇ, ਇਨ੍ਹਾਂ ਪਹਾੜਾਂ ਤੇ ਪਹੁੰਚਦਾ ਕਿਸ ਤਰ੍ਹਾਂ ਹੈ। ਆਖਿਰ ਸਾਡੇ ਵਿੱਚੋਂ ਵੀ ਕਈ ਲੋਕ ਇਹ ਕਚਰਾ ਉੱਥੇ ਛੱਡ ਕੇ ਆਉਂਦੇ ਨੇ। ਸਾਨੂੰ ਪ੍ਰਦੀਪ ਤੇ ਅਨੁਦੀਪ ਮਨੂਸ਼ਾ ਦੇ ਵਾਂਗ ਸਫਾਈ ਮੁਹਿੰਮ ਚਲਾਉਣੀ ਚਾਹੀਦੀ ਹੈ, ਲੇਕਿਨ ਉਸ ਤੋਂ ਵੀ ਪਹਿਲਾਂ ਸਾਨੂੰ ਇਹ ਸੰਕਲਪ ਵੀ ਲੈਣਾ ਚਾਹੀਦਾ ਕਿ ਅਸੀਂ ਕਚਰਾ ਫੈਲਾਵਾਂਗੇ ਹੀ ਨਹੀਂ। ਆਖਿਰ ਸਵੱਛ ਭਾਰਤ ਮੁਹਿੰਮ ਦਾ ਵੀ ਤਾਂ ਪਹਿਲਾ ਸੰਕਲਪ ਇਹੀ ਹੈ। ਹਾਂ, ਇੱਕ ਹੋਰ ਗੱਲ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ। ਕੋਰੋਨਾ ਦੀ ਵਜ੍ਹਾ ਨਾਲ ਇਸ ਸਾਲ ਇਸ ਦੀ ਚਰਚਾ ਓਨੀ ਨਹੀਂ ਹੋ ਪਾਈ। ਅਸੀਂ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨਾ ਹੀ ਹੈ। ਇਹ ਵੀ 2021 ਦੇ ਸੰਕਲਪਾਂ ਵਿੱਚੋਂ ਇੱਕ ਹੈ। ਅਖੀਰ ਵਿੱਚ ਮੈਂ ਤੁਹਾਨੂੰ ਨਵੇਂ ਸਾਲ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ। ਤੁਸੀਂ ਖੁਦ ਤੰਦਰੁਸਤ ਰਹੋ, ਆਪਣੇ ਪਰਿਵਾਰ ਨੂੰ ਵੀ ਤੰਦਰੁਸਤ ਰੱਖੋ। ਅਗਲੇ ਸਾਲ ਜਨਵਰੀ ਵਿੱਚ ਨਵੇਂ ਵਿਸ਼ਿਆਂ ਤੇ ਮਨ ਕੀ ਬਾਤ ਹੋਏਗੀ। ਬਹੁਤ-ਬਹੁਤ ਧੰਨਵਾਦ।